ਸਾਰਿਆਂ ਨੂੰ ਪਾਰ ਉਤਾਰ ਲੈ ਜਾਣਾ। ਇਹ ਸਿਮਰਨ ਦਾ ਜਹਾਜ਼ ਹੈ। ਜਿਨ੍ਹਾਂ ਨੇ ਇਹਦੇ ਵਿੱਚ ਬਹਿਣਾ ਹੈ ਉਹਨਾਂ ਨੇ ਇਸ ਭਵਜਲ ਸਮੁੰਦਰ ਸਾਗਰ ਤੋਂ ਪਾਰ ਲੰਘ ਜਾਣਾ ਹੈ। ਸਾਰੇ ਬੜੇ ਹੀ ਪ੍ਰੇਮ ਨਾਲ ਜਪੋ ਜੀ, ਵਾਹਿਗੁਰੂ 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 ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਏਹੋ, ਨਾਨਕ ਚਾਹੋ ਏਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਸਰੀ ਮਹੱਲਾ ਪੰਜਵਾਂ। ਜੈਸਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਛੰਤ ਕਰ ਪਹਿਲਾ ਪਹਿਲੇ ਘਰ ਦੇ ਅੰਦਰ ਬਾਣੀ ਉਚਾਰਦੇ ਹਨ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਲੋਕ
ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋ ਅਨ ਦਿਨ ਨੀਤ। ਦਰਸ਼ਨਾਂ ਦੀ ਪਿਆਸ ਦਿਨਸ ਰਾਤ, ਦਿਨ ਤੇ ਰਾਤ ਨੂੰ ਲੱਗੀ ਰਹਿੰਦੀ ਹੈ। ਚਿਤਵੋ ਅਨ ਦਿਨ ਨੀਤ, ਚਿੱਤ ਵਿੱਚ ਉਸ ਪ੍ਰਮਾਤਮਾ ਦਾ ਨਾਮ ਚੇਤੇ ਰਹਿੰਦਾ ਹੈ। ਖੋਲ ਕਪਟ ਗੁਰ ਮੇਲੀਆਂ, ਨਾਨਕ ਹਰ ਸੰਗ ਮੀਤ। ਖੋਲ ਕਪਟ ਯਾਨੀ ਹਿਰਦੇ ਰੂਪੀ ਘਰ ਦੇ ਦਰਵਾਜ਼ੇ ਸਤਿਗੁਰੂ ਮਹਾਰਾਜ ਬੇਨਤੀ ਕਰਦੇ ਹਨ ਕਿ ਗੁਰੂ ਮਿਲ ਜਾਵੇ, ਉਹ ਪਰਦਾ ਹਟ ਜਾਵੇ। ਨਾਨਕ ਹਰ ਸੰਗ ਮੀਤ, ਜਿਹੜੇ ਨਾਨਕ ਸਾਹਿਬ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਾਡਾ ਮੇਲ ਹੋ ਜਾਵੇ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਛੰਤ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆਂ। ਇਹ ਮੇਰੇ ਯਾਰ, ਪਰਮਾਤਮਾ ਵਾਸਤੇ ਕਿੱਥੇ ਮਿੱਤਰ, ਕਿੱਥੇ ਯਾਰ, ਕਿੱਥੇ ਮਾਤਾ ਪਿਤਾ ਬੰਧਪ। ਇਹ ਪਰਮਾਤਮਾ ਦੇ ਸੰਬੋਧਨ ਕਰਤੇ ਹੋਏ ਇਹ ਗੁਣ ਹਨ ਪਰਮਾਤਮਾ ਦੇ ਕਿ ਗੁਰੂ ਜੀ ਪ੍ਰੇਮ ਅੰਦਰ ਉਹਨਾਂ ਨੂੰ ਯਾਰ ਵੀ ਆਖਦੇ ਹਨ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀਆਂ। ਮੇਰੀ ਬੇਨਤੀ ਹੈ, ਮੈਂ ਪ੍ਰੇਮ ਨਾਲ ਬੇਨਤੀ ਕਰਦਾ ਹਾਂ, ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਖੋਜੰਤੀਆਂ। ਮੈਂ ਉਸ ਮੋਹਨ ਲਾਲ ਦੀ ਖੋਜ ਕਰਦਾ ਹਾਂ, ਉਸ ਸੱਚੇ ਪਰਮਾਤਮਾ ਦੀ ਖੋਜ ਕਰ ਰਿਹਾ ਹਾਂ। ਮੈਂ ਫਿਰਦਾ ਪਿਆ ਹਾਂ। ਤਿਸ 10 ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜਾ। ਮੈਂ ਆਪਣਾ ਸਿਰ ਵੀ ਕੱਪ ਕੇ ਉਤਾਰਨ ਨੂੰ ਤਿਆਰ ਹਾਂ ਪ੍ਰੇਮ ਦੇ ਅੰਦਰ। ਜਿਸ ਤਰ੍ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ, ਉਹਨਾਂ ਨੇ ਜੰਗ ਦੇ ਮੈਦਾਨ ਦੇ ਅੰਦਰ ਸਿਰ ਉਤਾਰਤਾ ਸੀ। ਸ਼੍ਰੀ ਗੁਰੂ ਰਾਮਦਾਸ ਜੀ ਦੀ ਜੋ ਬੇਦਬੀ ਕੀਤੀ ਸੀ ਉੱਧਰ, ਉਸ ਸਰੋਵਰ ਦੀ ਬੇਦਬੀ ਹੋਈ ਸੀ, ਉਸ ਕਰਕੇ ਉਹਨਾਂ ਨੇ ਉਹ ਕੁਰਬਾਨੀ ਦਿੱਤੀ ਸੀ ਧੰਨ ਧੰਨ ਬਾਬਾ ਦੀਪ ਸਿੰਘ ਜੀ। ਇੱਧਰ ਵੀ ਗੁਰੂ ਅਰਜਨ ਦੇਵ ਜੀ ਇਹੀ ਆਖਦੇ ਹਨ ਕਿ ਮੈਂ ਆਪਣਾ ਸਿਰ ਵੀ ਉਤਾਰਨ ਨੂੰ ਤਿਆਰ ਹਾਂ। ਇੱਕ ਭੋਰੀ ਦਰਸ਼ਨ ਦੀਜੈ, ਸਿਰਫ ਇੱਕ ਭੋਰੀ ਮੈਨੂੰ ਦਰਸ਼ਨ ਹੋ ਜਾਣ। ਨੈਣ ਹਮਾਰੇ ਤ੍ਰੈ ਰੰਗ ਰੰਗਾਰੇ, ਇੱਕ ਤਿਲ ਪੀਨਾ ਧਰੀਜੈ। ਜਿਹੜੇ ਸਾਡੇ ਨੈਣ ਹਨ, ਅੱਖਾਂ ਦੇ ਜੋਤ ਹਨ, ਉਹ ਆਪਣੇ ਪ੍ਰੀਤਮ ਦੇ ਰੰਗ ਵਿੱਚ ਰੰਗੀਆਂ ਗਈਆਂ। ਹੁਣ ਇੱਕ ਤਿਲ ਵੀ ਨਹੀਂ ਰਿਹਾ ਜਾਂਦਾ ਦਰਸ਼ਨਾਂ ਤੋਂ ਬਿਨਾਂ। ਪ੍ਰਭ ਸਿਓ ਮਨ ਲੀਨਾ ਜਿਉ ਜਲ ਮੀਨਾ। ਜਿਸ ਤਰ੍ਹਾਂ ਕੋਈ ਮਛਲੀ ਜਲ ਤੋਂ ਬਿਨਾਂ ਤੜਪਦੀ ਹੈ, ਚਾਤਰਿਕ ਜਿਵੇਂ ਤਿਸੰਤੀਆਂ ਚਾਤਰਿਕ ਹੁੰਦਾ ਜੀ, ਉਹ ਸਿਰਫ ਔਰ ਸਿਰਫ ਪਹਿਲੀ ਬੂੰਦ ਜਿਹੜੀ ਬਾਰਿਸ਼ ਦੀ ਪੈਂਦੀ ਨਾ ਉੱਪਰੋਂ ਧਰਤੀ ਤੇ, ਉਹ ਹੀ ਪੀਂਦਾ ਹੈ। ਧਰਤੀ ਤੇ ਗਿਰਿਆ ਪਾਣੀ ਕਦੀ ਨਹੀਂ ਪੀਂਦਾ। ਉਹ ਆਪਣਾ ਮੂੰਹ ਖੋਲ ਕੇ ਉੱਪਰ ਵੱਲ ਖੜ ਜਾਂਦਾ ਹੈ ਪੰਛੀ। ਅੰਮ੍ਰਿਤ ਵੇਲੇ ਉਹ ਪੁਕਾਰਦਾ ਹੈ, ਬਬੀਆ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਬਬੀਏ ਨੂੰ ਫੁਰਮਾਨ ਹੋਇਆ, ਬਰਸੋ ਕਿਰਪਾ ਧਾਰ। ਉਹ ਮੰਗ ਕਰਦਾ ਹੈ ਚਾਤਰਿਕ ਬੂੰਦ ਦੀ, ਅੰਮ੍ਰਿਤ ਬੂੰਦ ਦੀ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਡੀ ਵੀ ਤੜਪ ਵੱਧਦੀ ਜਾਂਦੀ ਹੈ, ਵੱਧ ਰਹੀ ਹੈ। ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿੱਖਾਂ ਬੁਝੰਤੀਆਂ। ਜਦੋਂ ਗੁਰੂ ਨਾਨਕ ਸਾਹਿਬ ਪੂਰੇ ਗੁਰੂ ਨੂੰ ਅਸੀਂ ਪਾ ਲਿਆ ਹੈ, ਹੁਣ ਤਾਂ ਸਾਰੀ ਪਿਆਸ, ਸਾਰੀ ਤਿੱਖਾਂ, ਹਰ ਗੱਲ ਸਾਡੀ ਪੂਰੀਆਂ ਹੋ ਗਈਆਂ, ਬੁਝ ਗਈਆਂ। ਇਹ ਪ੍ਰੇਮ ਹੈ। ਸਾਚ ਕਹੂੰ ਸੁਨ ਲਿਓ ਸਵੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਉਹ ਅਵਸਥਾ ਦੇ ਵਿੱਚ ਸ਼ਬਦ ਗਾਇਨ ਕੀਤਾ ਗਿਆ ਹੈ ਕਿ ਜਿਹਦੇ ਅੰਦਰ
जिस पंछी का उदाहरण भी लिता ने वो भी उस चीज़ नाल जुड़िया है। देख लो मछली पानी तो बाहर कड्डोगे तड़प तड़प के मर जाएगी, तड़प तड़प। चात्रिक बूंद सागर बह रहे हैं, नदियाँ बह रही हैं, धरती ते पानी पानी है, पर कमाल है चात्रिक वो सागर उहदे वास्ते सब बेकार हैं, नदियाँ नाले सब बेकार हैं, नहीं पींदा। मरना मंजूर है चात्रिक नूं, पर पीवेगा वही बूंद जड़ी आसमान तो पहली बूंद गिरदी है। ये भी कमाल की गल है। उदाहरण भी दिते हैं सतगुर जी ने, बिल्कुल वही तड़फ वाले जो तड़फ उन्हां विच है पंछियां विच। ते सोचो सतगुर अंदर कितनी ज़्यादा तड़फ होएगी जदों ये शब्द गायन किता होना, किन्ने बेराग अंदर ये शब्द लिखिया गया होना, जिहदे अंदर सिर्फ और सिर्फ दर्शनां दी मंग की गई है। ये शब्द थोड़ा विस्तार विच है, लंबेरा है, जिहदी असी पहले पदे दी अज विचार लिती है। आओ हुण समा हो गया है हर कियां कथा कहानियां गुरमीत सुनाइयां। जड़ी सबसे उत्तम हर की कथा नाम सुनत दर्द दुख लथा। सुखमनी साहिब जी ये हरी कथा इतिहास हुंदा जी, ये गुरु महाराज जी के जीवन की घटनावां हुंदियां कि उस वेले सिख किस तरह रहिंदे सन, गुरु महाराज जी अपने जीवन के अंदर की वरत्या, किस तरह संगत ने सेवा किते, लाभ लिते। जे अगर असी अपने इतिहास नूं ध्यान नाल नहीं सुनांगे फिर अपनी पीढ़ी नूं की सुनावांगे, आने वाली कुल नूं। जे कुल तक इतिहास ना पहुँचिया तो फिर बाणी का सत्कार किन सीखणगे। श्री गुरु ग्रंथ साहिब जी की बाणी का सत्कार करना सिखाना ये सब विचार तो ही प्राप्तियां होंदी हैं। बाबा नंद सिंह जी गुरबाणी का बहुत अदब करते सन, बहुत अदब। इधर तक कि सामने वल अज भी नानकसर जाओ जगराओ तो एक गहरा टोया, नीवी जगह है, नीवी हुण तो टोया की शक्ल बदल दी गई है, उन्होंने एक पक्का फर्श बना के एक नीवी थां बना दी गई है, बड़ी अगे तक बिल्कुल सामने बहते सन, चौकड़ा मार के बाबा जी वाल मूँह करके, ते बड़ी ही नीवी अवस्था ते बहते सन कि महाराज जी का सत्कार ज़्यादा है, वो उच्चे थां ते होनी चाहिए है, तो सिख का फर्ज है नीवा बहना, वो नीवा ही चंगा है। आसन ते सिर्फ गुरु जी वास्ते हुंदे न। थाल ये जिहड़े थाल सजदे हैं ना, कोले प्रशादे लंगर, कहते थाल तो सिर्फ गुरु महाराज जी वास्ते जचदा है। बाबा नंद सिंह जी के वचन सन। असी तो अपने हाथ ते प्रशादा छक लीए, साडे वास्ते वही हाथ ही थाली है। हाथ ते इन दो हाथ जोड़ के ना इन प्रशादा मंगते सन लंगर का, सब्जी भी प्रशादे के उपर पवा लेंदे सी, इन्ना सत्कार करते सी कि थाल और कोले ते गुरु वास्ते आते हैं। असी तो सिख भी नहीं बने अजे। भावना इन्नी सी, पखा पिछले बैक साइड तो हवा ना मारे, बड़ी भावना। पंखा कहते थे सामने वाल ला दो सन्मुख, ताकि गुरु महाराज जी की हवा छू के मेरे वाल आवे, मेरी हवा छू के गुरु ग्रंथ साहिब जी वाल जावे। नहीं शोभा दिंदा, बिल्कुल नहीं शोभा दिंदा। कहते महाराज जी की हवा छू के मेरे वाल आवे तो मैनू पवित्र कर देगी। आखो सतनाम श्री वाहिगुरू। देख लो भावना, हर चीज विच फस्ट रखते थे गुरु ने। कोई कूलर आना, कोई ठंडी मशीन आनी, पहले गुरु वाल लगा देनी, अपने आप में हवा नहीं देनी। गुरु है, दे पूर्ण दे है। परफ्यूम ये जड़ी खुशबू सेंटा ये अपने ऊपर नहीं छिड़कनिया, गुरु ग्रंथ साहिब जी ते पानी। क्यों? क्योंकि गुरु ग्रंथ साहिब जी नूं देह मनते सन पूरा। कपड़े वस्त्र रुमाले
सजा के पाने, रोजाना बदलने धोने। एक बार तो कई बारी सर्दी का मौसम होवे ना, गुरु ग्रंथ साहिब जी नूं लै लेंदे सी सिर ते आदर सत्कार नाल, ते बाहर बगीची विच धुप विच लै जांदे सन। आखो सतनाम श्री वाहिगुरू। कहंदे सी जे सानू धुप की लोड़ पैंदी है ते सर्दी विच गुरु साहब जी नूं धुप की लोड़ नहीं पैंदी। भावना, इन्ना प्रेम। कई इस गल ते वाद विवाद भी कर देंगे, पर प्रेम देखो उन्हां दा गुरु नूं सत्कार बहुत ज़्यादा सी। उन्हां दे हिरदे विच गुरु बिल्कुल दे मंग के, गुरु ग्रंथ साहिब जी मानियो प्रगट गुरां की दे, जिहड़ा दोहरा पढ़ते हैं वो उसी के उपर चलते सन कि दे अगर किया है तो दे मननी भी है। खाली दे तक खाली वर्ल्ड शब्दावली यूज नहीं करनी, सत्कार दे दा जिस तरह करना वो सिखाया सिखा नूं। ते फिर जाके देख लो सारी दुनिया अंदर प्रचार हो गया। हुण तां जगह जगह एसी कमरे हुंदे है, सुखासन साहब। गुरु महाराज जी नूं सोहणे रुमाले वस्त्र आसन उच्चे किए गए हैं, बड़े सत्कार नाल हर गुरुद्वारे साहिब विच सुशोभित किया जाता है। ये सब बाबा नंद सिंह जी की जड़ी मेहनत सी रंग ले आई। उन्होंने सत्कार वधवाया गुरु जी का। वरना कई बारी पहला ना पुराने समय की दसदे लोग गल, जो अलमारी होंदी है जिस तरह गुटके साहब पे है, ये अंदर ही महाराज जी नूं सुखासन करके रख देंदे सी। आखो सतनाम श्री वाहिगुरू। रात वेले ते सोच लो अलमारी अंदर की सत्कार है, किन्ना कु है। वो सामने पलंग साहब सुशोभित है। वो पलंग साहब के अंदर जो गल बनेगी, पूरा बंदा जिस तरह लेट के आराम कर रहा है भावना बना के, वो भावना नूं सोच के ये पलंग साहब सुशोभित किए जाते हैं कि महाराज जी आराम कर रहे हैं। भावना बनाई जाती है। ये चीज़ां किधरों सीखते हैं? महापुरुषों के जीवन तो, उन्हों की खुशबू लैके असी भी सत्कार सीखते हैं कि महाराज जी का अदब किस तरह करना है, सामने मत्था किन टेकना है। मत्थे की जो गोलक माया पाई जाती है ना, इसका भी एक अदब है, तरीका है। पहले अरदास करया करो कि महाराज मेरी ये बेनती है, मैनू नाम दो। हाथ जोड़ो 2 मिनट, फिर माया पानी। ਇਹਦੇ ਵਿੱਚ भी बड़ी लॉजिक गल है कि तुसी आके सीधा ही मत्था टेक माया टेक रहे हो। जिस तरह ਉਹਦੇ ਵਿੱਚ हंकार की खुशबू आती है। आखो सतनाम श्री वाहिगुरू कि मैं दे रहा, मैं अर्पण कर रहा। भाई पहला तू अरदास कर निमरता नाल, महाराज मेरी ये कोडी भी अर्पण कर लो, मैं जो भी टेक रहा तुहाडे खजाने चो दिता है, महाराज कबूल कर लो। पहले ये अरदास करे सिख, फिर जाके आराम नाल बड़े अदब नाल मुट्ठी बंद करके, बिल्कुल खड़का ना होवे, आराम नाल अदब नाल सिक्का गोलक च पावे। आखो सतनाम श्री वाहिगुरू। ये भी बड़ी छोटी छोटी गल्लां ना जीवन अंदर काम आती है। इसके अंदर सत्कार पता लगता है, गुरु प्रति किन्नी इहदी भावना है। गुरु तो सब कुछ देखता है, प्रेम भी देख रहा है, भाव भी देख रहा है, तुहाडी अरदास करन दा खड़े होने का ढंग भी देख रहा है। हर चीज़ के अंदर निगाह है गुरु की। पर सानू ये बुद्धि नहीं है। असी सोचते हैं कि नहीं, असी तो जिस तरह अगे उसी तरह चलेंगे, सानू तो कोई परवाह नहीं। फिर भाव नहीं पैदा होता, फिर प्रेम नहीं आता, फिर सिमरन अंदर हिरदे च वसदा ही नहीं, फिर वो गल नहीं बनती जो बननी चाहिए सिख दी। सेवा भी करनी है ना बड़ी ही निमरता नाल, बहुत निमरता नाल। सेवा करन तो पहले अरदास कि ये सेवा आरंभ होने लगी है तो मेरे को करवा लेना। सेवा जो समाप्ति हो जाए, तुसी घर जान लगो, फिर अरदास। महाराज सेवा करन वाले कोई गलती भी हो जाती है, कोई बेदबी भी हो जाती है, उस चीज़ की भी माफ़ी मंग के घर तक जाऊँगा, कितने कोई भार ना लेके जावा गुरु घर तो। ये भी है।
ਕਈ ਮਹਾਂਪੁਰਸ਼ ਤੇ ਚੌਪਈ ਸਾਹਿਬ ਜੀ ਦਾ ਪਾਠ ਦੱਸਦੇ ਕਿ ਚੌਪਈ ਸਾਹਿਬ ਪਾਠ ਕਰੋ ਸ਼ੁਕਰਾਨਾ ਪਹਿਲੇ, ਫਿਰ ਜਦੋਂ ਤੁਹਾਡੀ ਸੇਵਾ ਕੰਪਲੀਟ ਹੋ ਗਈ ਫਿਰ ਤੁਸੀਂ ਘਰ ਵੱਲ ਜਾਣਾ ਹੈ, ਫਿਰ ਚੌਪਈ ਸਾਹਿਬ ਦਾ ਪਾਠ ਕਰਕੇ ਜਾਓ ਸ਼ੁਕਰਾਨਾ ਦਾ। ਇਹਦੇ ਨਾਲ ਥੋੜ੍ਹਾ ਜਿਹੜੀ ਤੁਹਾਡੀ ਭਗਤੀ ਖਿੰਨ ਬਿੰਨ ਨਹੀਂ ਹੁੰਦੀ, ਉਹ ਦਾਇਰੇ ਦੇ ਵਿੱਚ ਆ ਜਾਂਦੀ ਹੈ, ਪ੍ਰਵਾਨ ਹੋ ਜਾਂਦੀ ਹੈ। ਜਿੰਨਾ ਵੀ ਅਦਬ ਕਰੀਏ ਮਹਾਰਾਜ ਜੀ ਦਾ ਥੋੜ੍ਹਾ ਹੈ। ਮੈਂ ਤੇ ਕਹਿੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਦੀ ਜੋਤ ਹਨ। ਉਹ ਅਦਬ, ਉਹ ਸੋਚ ਬਣਾ ਕੇ ਚੱਲੋ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਸਰੀਰਕ ਤੌਰ ਤੇ ਸੰਸਾਰ ਵਿੱਚ ਆਏ ਸੀ। ਮੰਨ ਲਓ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਟਾਈਮ ਸਾਹਮਣੇ ਬੈਠੇ ਹੈ। ਸੋਚੋ ਤੁਸੀਂ ਮੋਬਾਈਲ ਚੁੱਕ ਲੋਗੇ? ਕੋਈ ਸਰੀਰ ਕਰਕੇ ਸਾਹਮਣੇ ਗੁਰੂ ਬੈਠਾ ਹੈ ਔਰ ਤੁਸੀਂ ਮੋਬਾਈਲ ਔਨ ਕਰ ਲੋਗੇ? ਨਹੀਂ ਕਰੋਗੇ, ਡਰ ਹੋ ਜਾਏਗਾ ਨਾ, ਭੈ ਹੋ ਜਾਏਗਾ। ਉਹ ਭਾਵਨਾ ਸਰੀਰਕ ਭਾਵਨਾ ਬਣਾਣੀ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਆਪ ਨਿਰੰਕਾਰ ਕਲਾਧਾਰ ਸਾਡੇ ਸਾਹਮਣੇ ਬੈਠੇ ਹਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਭਾਵਨਾ ਗੁਰੂ ਨਾਨਕ ਦੇਵ ਜੀ ਪ੍ਰਤੀ ਬਾਬਾ ਨੰਦ ਸਿੰਘ ਜੀ ਕਿਆ ਕਰਦੇ ਸਨ? ਕਹਿੰਦੇ ਕੌਣ ਕਹਿੰਦਾ ਹੈ ਮੇਰੀ ਜ਼ੁਬਾਨ ਸੜ ਜਾਵੇ ਜੇ ਮੈਂ ਇਹਨੂੰ ਕੋਈ ਲਿਖਤ ਕਹਿ ਦਾਂ ਕਿ ਇਹ ਸ਼ਾਹੀ ਹੈ, ਮੇਰੀ ਜ਼ੁਬਾਨ ਸੜ ਜਾਵੇ ਕੋਈ ਕਵੇ ਕਿ ਇਹ ਪੋਥੀ ਹਨ, ਨਹੀਂ, ਮੇਰੀ ਅੱਖਾਂ ਨਾਲ ਕਦੀ ਦੇਖੋ। ਕਹਿੰਦੇ ਮੈਂ ਤੇ ਇੱਕ ਇੱਕ ਅੱਖਰ ਜਿਹੜਾ ਲਿਖਿਆ ਹੈ ਨਾ, ਇਹ ਗੁਰੂ ਨਾਨਕ ਸਾਹਿਬ ਜੀ ਦੀ ਨੇਤਰ ਹਨ। ਨੇਤਰ ਇਹ ਅੱਖਾਂ ਹਨ, ਇਹ ਗੁਰਬਾਣੀ। ਕਹਿੰਦੇ ਮੈਂ ਤਾਂ ਆਪ ਨਿਰੰਕਾਰ ਸਮਝ ਕੇ ਇਹਨਾਂ ਨੂੰ ਦਰਸ਼ਨ ਕਰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿ ਗੁਰੂ ਨਾਨਕ ਦੇਵ ਜੀ ਜੋ ਜਿਸ ਤਰ੍ਹਾਂ ਪਹਿਲੇ ਯੁੱਗਾਂ 'ਚ ਆਏ ਹਨ, ਜਿਸ ਤਰ੍ਹਾਂ ਪਹਿਲੇ ਸਮੇਂ 'ਚ ਆਏ ਹਨ, ਅੱਜ ਤੋਂ 400-500 ਸਾਲ ਪਹਿਲਾਂ ਗੁਰੂ ਸਾਹਿਬ ਜਦੋਂ ਸਰੀਰਕ ਤੌਰ ਤੇ ਆਏ ਹਨ, ਮੈਂ ਉਹੀ ਭਾਵਨਾ ਬਣਾ ਕੇ ਇਹਨਾਂ ਨੂੰ ਮੱਥਾ ਟੇਕਦਾ ਕਿ ਅੱਜ ਵੀ ਉਸੀ ਰੂਪ ਅੰਦਰ 10 ਗੁਰੂਆਂ ਦੀ ਜੋਤ ਸਾਹਮਣੇ ਸਨਮੁਖ ਬੈਠੇ ਹਾਂ। ਕਹਿੰਦੇ ਮੈਂ ਨਹੀਂ ਕਹਿੰਦਾ, ਮੇਰੇ ਅਨੁਸਾਰ ਇਹ ਮੇਰੀ ਅੱਖਾਂ ਨਾਲ ਦੇਖੋ, ਇਹ ਤਾਂ ਇੱਕ ਇੱਕ ਅੱਖਰ ਜਿਹੜਾ ਲਿਖਿਆ ਹੈ ਗੁਰਬਾਣੀ ਵਿੱਚ, ਇਹ ਗੁਰੂ ਸਾਹਿਬ ਜੀ ਦੇ ਨੇਤਰ ਹਨ। ਨੇਤਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਾਵਨਾ ਨੂੰ ਫਲ ਲੱਗਦੇ ਹਨ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਬਾਹਰ ਜਾਣ ਕਥਾ ਕਰਕੇ, ਜਦੋਂ ਬੜੀ ਸੁੰਦਰ ਕਥਾ ਕਰਦੇ ਸਨ, ਬੜਾ ਰੋਬ ਸੀ ਉਹਨਾਂ ਦਾ। ਕਥਾ ਕਰਨ ਤੋਂ ਬਾਅਦ ਪੰਡਾਲ ਦੇ ਅੰਦਰ ਸਨਾਟਾ ਹੋ ਜਾਂਦਾ ਸੀ। ਜਦੋਂ ਬਾਹਰ ਜਾਣ ਤੇ ਕਈ ਸਤਿਕਾਰ ਨਾਲ ਉਹਨਾਂ ਨੂੰ ਨਾ ਫਤਿਹ ਬੁਲਾਣ, ਕੋਈ ਉਹਨਾਂ ਦੇ ਪੈਰੀ ਵੀ ਪੈ ਜਾਣ। ਬਾਬਾ ਅਤਰ ਸਿੰਘ ਜੀ ਬਿਲਕੁਲ ਪਰਹੇਜ਼ ਕਰਦੇ ਸਨ। ਫਿਰ ਅੰਦਰ ਜਾਂਦੇ ਸਨ। ਅੰਦਰ ਜਾਣ ਤੇ ਕੱਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥੇ ਟੇਕਣ, ਇੱਕ ਵਾਰੀ ਨਹੀਂ 1000 ਵਾਰ, 1000 ਵਾਰੀ ਮੱਥਾ ਇੰਜ ਸਿਰ ਝੁਕਾਉਣ। ਨਾਲ ਦੇ ਸੇਵਕ ਨੇ ਪੁੱਛ ਲਿਆ ਕਿ ਆਪ ਜੀ ਇੱਕ ਵਾਰੀ ਮੱਥਾ ਕਿਉਂ ਨਹੀਂ ਟੇਕਦੇ, 1000 ਵਾਰੀ ਕਿਉਂ ਟੇਕ ਰਹੇ ਹੋ? ਅਤਰ ਸਿੰਘ ਜੀ ਕਹਿੰਦੇ ਭਾਈ ਇਹ ਦੁਨੀਆ ਨੂੰ ਭੁਲੇਖਾ ਪੈ ਗਿਆ ਹੈ, ਇਹ ਮੈਨੂੰ ਸੰਤ ਸਮਝਣ ਲੱਗ ਗਈ ਹੈ, ਮੇਰਾ ਸਤਿਕਾਰ ਕਰਦੀ ਹੈ, ਮੇਰੇ ਬੋਲਾਂ ਤੇ ਚਲੀ ਗਈ ਹੈ। ਹੁਣ ਜਿੰਨੇ ਸਤਿਕਾਰ ਉਹਨਾਂ ਨੇ ਮੈਨੂੰ ਦਿੱਤੇ ਹਨ, ਇਹ ਮੈਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਪਸ ਮੋੜਦਾ ਪਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਕਰਕੇ ਮੱਥੇ 1000 ਵਾਰੀ ਅੰਦਰ ਟੇਕਣ ਆਨਾ ਕਿ ਜਿਹੜੀ ਸੰਗਤ ਨੇ ਮੇਰਾ ਸਤਿਕਾਰ ਕੀਤਾ ਹੈ ਉਹ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਰਿਹਾ। ਸਤਿਕਾਰ ਲਾਇਕ ਤੇ ਬਾਬਾ ਜੀ ਹਨ, ਮੈਂ ਤਾਂ ਸਿੱਖ ਵੀ ਨਹੀਂ, ਮੈਂ ਕਿਧਰੋਂ ਸਤਿਕਾਰ ਜੋਗਾ ਹੋ ਗਿਆ। ਇਹ ਹੁੰਦੀ ਹੈ ਅਵਸਥਾ ਸੰਤਾਂ ਮਹਾਂਪੁਰਸ਼ਾਂ ਦੀ, ਜਿਹੜੇ ਪੂਰੇ ਰੰਗੇ ਹੁੰਦੇ ਆ। ਉਹ ਸਤਿਕਾਰ ਹੋਣ ਤੋਂ ਬਾਅਦ ਵੀ ਗੁਰੂ ਨੂੰ ਹੀ ਦਿੰਦੇ ਹਨ ਸਤਿਕਾਰ। ਗੁਰੂ ਵੱਡਾ ਹੈ ਭਾਈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਔਰ ਸੱਚਾ ਸੰਤ ਵੀ ਉਹੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਹਨ। ਜਿਹੜੇ ਆਪਣੇ ਨਾਲ ਜੋੜਦੇ ਹਨ ਉਹ ਥੋੜਾ ਨਾ ਸਤਿਕਾਰ ਗੁਰੂ ਦਾ ਹੀ ਕਰਾਉਂਦੇ ਹਨ। ਇਹ ਜਿੰਨੇ ਵੀ ਮਹਾਂਪੁਰਸ਼ ਸੰਪਦਾ ਜਿਹੜੀ ਜਿਨ੍ਹਾਂ ਨੇ ਨਾਮ ਦਾ ਪ੍ਰਚਾਰ ਕੀਤਾ ਹੈ, ਇਹ ਇਹਨਾਂ ਨੇ ਬਾਣੀ ਨਾਲ ਹੀ ਜੋੜਿਆ ਹੈ। ਇਹਨਾਂ ਨੇ ਅੰਮ੍ਰਿਤ ਛਕਾਇਆ, ਸਿੰਘਾਂ ਨੂੰ
ਪ੍ਰੇਰਿਆ ਹੈ ਕਿ ਤੁਸੀਂ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਪਹਿਲੇ ਨਿਤਨੇਮ ਕਰੋ, ਅੰਮ੍ਰਿਤ ਵੇਲੇ ਜਾਗੋ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਨਾਲ ਪੂਜੋ। ਇਹ ਸਭ ਭਾਵਨਾ ਬਣਵਾਈ ਹੈ। ਜਿੰਨੀ ਸੰਪਦਾ, ਜਿਹੜੇ ਵੱਡੇ ਟਕਸਾਲੀ ਮਹਾਂਪੁਰਸ਼ ਹੋਏ ਆ, ਇਸ ਕਰਕੇ ਉਹਨਾਂ ਨੂੰ ਵੀ ਸਤਿਕਾਰ ਮਿਲਿਆ ਹੈ ਧਰਤੀ 'ਤੇ, ਕਿਉਂਕਿ ਉਹਨਾਂ ਨੇ ਆਪਣੇ ਸਰੀਰ ਨਾਲ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਹੈ, ਭਾਵਨਾ ਬਣਾਈ ਹੈ ਸਾਡੀ, ਸਾਨੂੰ ਪ੍ਰੇਮ ਭਗਤੀ ਪੈਦਾ ਕੀਤੀ ਹੈ। ਇਸ ਕਰਕੇ ਜਿੱਥੇ ਗੁਰਬਾਣੀ ਵਿੱਚ ਸਾਧ ਸੰਗਤ ਦਾ ਸਤਿਕਾਰ ਲਿਖਿਆ ਹੈ, ਉੱਥੇ ਹਰ ਹੁਕਮਨਾਮੇ ਸਾਹਿਬ ਵਿੱਚ ਨਾ ਸਾਧੂ ਸੰਤਾਂ ਦਾ ਵੀ ਸਤਿਕਾਰ ਲਿਖਿਆ ਹੈ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਪੂਰਨ ਸਾਧੂ ਦਾ, ਬ੍ਰਹਮ ਗਿਆਨੀ, ਜਿਹੜੇ ਪੂਰਨ ਬ੍ਰਹਮ ਗਿਆਨੀ ਹੁੰਦੇ ਆ, ਉਹਨਾਂ ਦਾ ਸਤਿਕਾਰ ਲਿਖਿਆ ਹੈ ਬਾਣੀ। ਇਹ ਸਭ ਕਿਧਰੋਂ ਪਤਾ ਲੱਗੇਗਾ? ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਾਂਗੇ, ਰੋਜ਼ਾਨਾ ਵਿਚਾਰ ਪੜ੍ਹਿਆ ਕਰਾਂਗੇ, ਅਰਥ ਕੱਢਾਂਗੇ, ਤੇ ਸਾਨੂੰ ਇਸ ਗੱਲ ਦਾ ਪਤਾ ਲੱਗੇਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਿਖਿਆ ਕੀ ਹੈ, ਬਾਣੀ ਕਹਿੰਦੀ ਕੀ ਹੈ, ਜੀਵਨ ਕਿੰਝ ਬਣਾਉਣਾ ਹੈ ਸਿੱਖ ਨੇ, ਅਮਲ ਕਿੰਝ ਕਰਨਾ ਹੈ, ਉਪਦੇਸ਼ ਕਿੰਝ ਕਮਾਣੇ ਹੈ, ਤੇ ਉਹਦਾ ਪਾਰ ਉਤਾਰਾ ਕਿਸ ਤਰ੍ਹਾਂ ਹੋਣਾ ਅੱਗੇ। ਇਹ ਸਭ ਇਹਨਾਂ ਤੋਂ ਹੀ ਪਤਾ ਲੱਗਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੇਲੇ ਵੀ ਨਾ ਸਿੱਖਾਂ ਨੇ ਪ੍ਰਸ਼ਨ ਕੀਤਾ ਸੀ, ਭਾਈ ਬਾਬਾ ਜੀ ਸਾਨੂੰ ਇਹ ਦੱਸਣਾ ਕਰੋ, ਇਹ ਧੁਰ ਦੀ ਬਾਣੀ ਹੈ, ਇਹ ਅਸੀਂ ਪੜਾਂਗੇ, ਸਤਿਕਾਰ ਕਰਾਂਗੇ, ਇਹਦਾ ਫਲ ਕੀ ਹੈ? ਇਹਦਾ ਫਲ ਦੱਸੋ, ਸਾਨੂੰ ਲਾਭ ਦੱਸੋ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਸਿੱਖੋ ਤੁਹਾਨੂੰ ਅਜੇ ਸਮਝ ਨਹੀਂ ਆਇਆ, ਇਹ ਬਾਣੀ ਤਾਂ ਧੁਰ ਦੀ ਬਾਣੀ ਹੈ, ਧੁਰੋਂ ਆਈ ਹੈ, ਸੱਚਖੰਡ ਦੇ ਦੇਸ਼ ਤੋਂ ਆਈ ਹੈ। ਜੋ ਜੋ ਸਿੱਖ ਇਸ ਬਾਣੀ ਦਾ ਸਤਿਕਾਰ ਅਦਬ ਕਰੇਗਾ ਜਾਂ ਪ੍ਰੇਮ ਨਾਲ ਪੜ੍ਹੇਗਾ, ਇਹ ਇੱਕ ਦਿਨ ਉਸ ਰੂਹ ਨੂੰ, ਉਸ ਆਤਮਾ ਨੂੰ ਸਿਖਰ ਤੇ ਭਾਵ ਸੱਚਖੰਡ ਵਿੱਚ ਲੈ ਜਾਏਗੀ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਇੰਨਾ ਲਾਭ ਹੈ ਬਾਣੀ ਪੜ੍ਹਨ ਦੇ। ਸਿੱਖਾਂ ਨੂੰ ਪ੍ਰੈਕਟੀਕਲ ਕਰਕੇ ਗੁਰੂ ਜੀ ਨੇ ਫਿਰ ਵਰਤਾਈ, ਪ੍ਰੈਕਟੀਕਲ ਸਮਝਾ ਦਿੰਦੇ ਸੀ ਬਾਬਾ ਜੀ ਨਾਲੋਂ ਨਾਲ। ਉਸੇ ਵੇਲੇ ਨਾ ਇੱਕ ਦੇਵਤਾ ਆ ਗਿਆ, ਇਹ ਗੱਲ ਚੱਲ ਹੀ ਰਹੀ ਸੀ ਬਾਣੀ ਦੇ ਸਤਿਕਾਰ ਦੀ। ਦੇਵਤਾ ਦੇ ਹੱਥ 'ਚ 4 ਤੀਰ ਹਨ, ਤੀਰ ਦੇ ਪਿੱਛੇ ਖੰਭ ਲੱਗੇ ਹਨ, ਪੰਖ। ਉਹ ਹਮਾਊ ਪਕਸ਼ੀ ਹੈ ਜੀ, ਉੱਪਰ ਆਸਮਾਨ 'ਚ ਉੱਡਦਾ, ਉਹ ਧਰਤੀ ਤੇ ਕਦੀ ਨਹੀਂ ਉਤਰਿਆ ਅੱਜ ਤੱਕ। ਉਹਦੇ ਪੰਖ ਸਨ। ਉਹ ਦੇਵਤੇ ਨੇ, ਨਾਰਦ ਸੀ ਉਹ, ਵੈਸੇ ਨਾਰਦ ਮੁਨੀ, ਇਤਿਹਾਸ ਨਾਲ ਕਹਿੰਦਾ ਦੇਵਤਾ ਨਾਰਦ ਸੀ। ਉਹ ਰੂਪ ਧਾਰ ਕੇ ਸਾਧੂ ਦਾ ਆ ਗਿਆ, ਬਾਬਾ ਜੀ ਨੂੰ ਭੇਟਾ ਦਿੱਤੀ ਕਿ ਇਹ 4 ਤੀਰ ਤੁਹਾਡੇ ਵਾਸਤੇ ਲਿਆਇਆ। ਬਾਬਾ ਜੀ ਨੇ ਬੜੇ ਤਰੀਕੇ ਨਾਲ, ਉਹਦਾ ਅਦਬ ਨਾਲ ਰੱਖ ਲਏ ਤੀਰ। ਉਹ ਆਪਣੇ ਤੀਰ ਰੱਖ ਕੇ ਚਲਾ ਗਿਆ ਦੇਵਤਾ। ਬਾਬਾ ਜੀ ਨੇ ਹੁਣ ਕੀ ਕੀਤਾ, ਤੀਰ ਕਮਾਨ ਤਿਆਰ ਕਰ ਲਿਆ, ਕਮਾਨ ਤੇ ਚੜਾ ਕੇ ਤੀਰ ਛੱਡਤਾ। ਕਹਿੰਦੇ ਸਿੱਖੋ ਜਾਓ, ਜਿੱਥੇ ਇਹ ਤੀਰ ਗਿਰੇਗਾ ਧਰਤੀ ਤੇ ਮੇਰੇ ਵਾਸਤੇ ਵਾਪਸ ਲਿਆਣਾ ਤੁਸੀਂ। ਸਿੱਖਾਂ ਦੀ ਜਿਹੜੀ ਫੌਜ ਸੀ ਭੱਜੀ ਘੋੜਿਆਂ ਤੇ, ਪਰ ਉਹ ਤੀਰ ਕਾਬੂ ਹੀ ਨਹੀਂ ਆਇਆ। ਉਹ ਤੀਰ ਉਹਨਾਂ ਨੂੰ ਦਿਖਾਈ ਦਿੱਤਾ, ਅਸਮਾਨ ਵੱਲ ਭੱਜ ਗਿਆ। ਦੂਜਾ ਛੱਡਿਆ ਬਾਬਾ ਜੀ ਨੇ, ਦੂਜਾ, ਤੀਜਾ, ਚੌਥਾ, 4 ਹੋ ਗਏ ਅਸਮਾਨ ਵਿੱਚ। ਸਿੱਖ ਕਹਿੰਦੇ ਸਾਨੂੰ ਇੱਕ ਵੀ ਨਹੀਂ ਲੱਭਿਆ ਮਹਾਰਾਜ, ਇੱਕ ਵੀ ਤੀਰ ਧਰਤੀ ਤੇ ਨਹੀਂ ਗਿਰਿਆ। ਬਾਬਾ ਜੀ ਕਹਿੰਦੇ ਪਤਾ ਹੈ ਕਿਉਂ ਨਹੀਂ ਗਿਰਿਆ? ਸੰਗਤ ਨੂੰ ਦੱਸਿਆ, ਉਹਦੇ ਪਿੱਛੇ ਇੱਕ ਐਸੇ ਪੰਛੀ ਦੇ ਪਰ ਲੱਗੇ ਸੀ ਜਿਹੜਾ ਅਸਮਾਨ ਸੱਚਖੰਡ ਤੋਂ ਆਉਂਦਾ, ਬਖੁੰਟਾ ਤੋਂ, ਉੱਥੇ ਹੀ ਰਹਿੰਦਾ, ਧਰਤੀ ਤੇ ਕਦੀ ਨਹੀਂ ਉਤਰਿਆ। ਉਹ ਪੰਛੀ ਉੱਪਰ ਹੀ ਉੱਡਦਾ ਰਹਿੰਦਾ। ਇਸ ਕਰਕੇ ਦੇਸ਼ ਦਾ ਉਹ ਪੰਛੀ ਸੀ, ਉੱਥੇ ਹੀ ਉਹ ਤੀਰ, ਹੁਣ ਲੋਹਾ ਜਿਹੜਾ ਤੀਰ ਲੱਗਿਆ ਸੀ ਨਾ, ਉਹ ਉੱਥੇ ਹੀ ਚਲੇ ਗਏ ਹਨ। ਤੁਹਾਨੂੰ ਢੂੰਡਣ ਦੀ ਲੋੜ ਨਹੀਂ ਧਰਤੀ ਤੇ, ਉੱਥੇ ਹੀ ਚਲੇ ਗਏ। ਇसी तरह गुरबाणी है, जो गुरबाणी दिल नाल पढ़ेगा एक दिन वो भी सचखंड विच चला जाएगा। आखो सतनाम श्री वाहिगुरू। जद वो तीर जा सकते हैं लोहे दे, ते सिख क्यों नहीं जा सकता? सिखा ने जदों ये प्रैक्टिकल गल देखी
ਤੇ ਸਿੱਖਾਂ ਦਾ ਵਿਸ਼ਵਾਸ ਹੋਰ ਜ਼ਿਆਦਾ ਗੂੜਾ ਹੋ ਗਿਆ। ਉਹਨਾਂ ਦੀ ਰੁਚੀ ਗੁਰਬਾਣੀ ਵੱਲ ਵੱਧ ਗਈ। ਆਓ ਅਸੀਂ ਵੀ ਗੁਰਬਾਣੀ ਦਾ ਅਦਬ ਸਤਿਕਾਰ ਕਰੀਏ, ਸਾਰੇ ਨਾਮ ਜਪੀਏ ਜੀ। ਹੁਣ ਵਾਹਿਗੁਰੂ 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 ਵਾਹਿਗੁਰੂ।